नमस्कार, सत श्री अकाल दोस्तों। हर हफ्ते असी किसी बीमारी ਨੂੰ ਲੈ ਕੇ ਉਸ ਦੇ ਕਾਰਨ ਨੂੰ ਲੈ ਕੇ ਉਸ ਦੇ ਸਿੰਪਟਮ ਨੂੰ ਲੈ ਕੇ ਅਤੇ ਉਹਦੇ ਹੋਮਿਓਪੈਥਿਕ ਇਲਾਜ ਨੂੰ ਲੈ ਕੇ ਤੁਹਾਡੇ ਨਾਲ ਵਿਚਾਰ ਕਰਦੇ ਹਾਂ ਔਰ ਮੇਰਾ ਮਿਸ਼ਨ ਹੈ ਸਰਬੱਤ ਦਾ ਭਲਾ। ਇਸ ਸਰਬੱਤ ਦੇ ਭਲੇ ਦੇ ਦੌਰਾਨ ਅੱਜ ਦਾ ਜੋ ਸਾਡਾ ਨਵਾਂ ਵਿਸ਼ਾ ਹੋਏਗਾ ਉਹ ਇਨਲਾਰਜਮੈਂਟ ਆਫ ਪ੍ਰੋਸਟੇਟ यानी कि प्रोस्टाइटिस। शुरू करने तो पहला मेरे इस चैनल ਨੂੰ सब्सक्राइब कर लो, लाइक कर लो ਅਤੇ ਵੱਧ ਤੋਂ ਵੱਧ शेयर करो ਤਾਂ ਜੋ ਉਹਨਾਂ ਲੋਕਾਂ ਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਜਿਹੜੇ ਅੱਜ ਤੱਕ ਇਸ ਚੈਨਲ ਤੇ ਨਹੀਂ ਜੁੜੇ ਤੇ ਉਹਨਾਂ ਨੂੰ ਇਸ ਬਿਮਾਰੀਆਂ ਬਾਰੇ ਜਾਣਕਾਰੀ ਮਿਲ ਸਕੇ। ਦੋਸਤੋ ਸਭ ਤੋਂ ਪਹਿਲਾਂ ਜਾਣਾਂਗੇ ਕਿ ਪ੍ਰੋਸਟੇਟ ਹੈ ਕੀ। ਦੋਸਤੋ ਪ੍ਰੋਸਟੇਟ ਸਾਡੀ ਬੋਡੀ ਦਾ ਇੱਕ ਐਸਾ ਗਲੈਂਡ ਹੈ जो सिर्फ पुरुषों के विच पाया जाता है और ठीक साडे यूरिनरी बलैडर के हेठां जिथों पेशाब की नली आरंभ होती है उस जगह के उपर स्थित है। इसका पिछला हिस्सा गुदा द्वार की बैक दे नाल लगता है और इसकी शक्ल जिहड़ी है वो अखरोट की गिरी की तरह होती है। दोस्तों इसका साइज जिहड़ा है वो 4x3 सेंटीमीटर होता है ਅਤੇ ਇਸ ਦਾ weight ਜਿਹੜਾ ਹੈ ਉਹ ਤਕਰੀਬਨ 25 ਗ੍ਰਾਮ ਦੇ ਕਰੀਬ ਮੰਨਿਆ ਜਾਂਦਾ ਹੈ। ਇਹ ਪ੍ਰੋਸਟੇਟ ਦਾ ਕੰਮ ਕੀ ਹੈ? ਪ੍ਰੋਸਟੇਟ ਗਲੈਂਡ ਦਾ ਕੰਮ ਪੁਰਸ਼ਾਂ ਦੇ ਅੰਦਰ ਸੀਮਨ ਜੋ ਹੁੰਦਾ ਹੈ ਉਸ ਨੂੰ ਬਣਾਉਣਾ ਔਰ ਉਸ ਦੇ ਵਿੱਚ ਜਿਹੜੇ ਸਪਰਮਸ ਹਨ ਉਹਨਾਂ ਦੀ ਸਾਂਭ ਸੰਭਾਲ ਕਰਨੀ ਅਤੇ ਉਹਨਾਂ ਦੀ ਟਰਾਂਸਪੋਰਟੇਸ਼ਨ ਦੇ ਲਈ ਜਿਹੜਾ ਰਸਤੇ ਦੇ ਵਿਚਕਾਰ ਪੀਨਸ ਦੇ ਵਿਚਕਾਰ ਜਦੋਂ ਪਾਸ ਆਨ ਹੁੰਦੇ ਹਨ ਤਾਂ ਉਹਦੇ ਵਿਚਕਾਰ ਜੋ ਸਲਾਈਵਾ ਹੁੰਦਾ ਹੈ ਉਸ ਨੂੰ ਲੁਬਰੀਕੇਟ ਕਰਨ ਦਾ ਇਹ ਫੰਕਸ਼ਨ ਪ੍ਰੋਸਟੇਟ ਦਾ ਹੁੰਦਾ ਹੈ। ਦੋਸਤੋ ਕਾਜ਼ ਆਫ ਪ੍ਰੋਸਟੇਟ ਕੀ ਹੈ? ਕਾਜ਼ ਆਫ ਪ੍ਰੋਸਟੇਟ ਇਨਲਾਰਜਮੈਂਟ ਕੀ ਹੈ? ਪ੍ਰੋਸਟੇਟ ਦੇ ਵਿਚਕਾਰ ਸੂਜਨ ਆ ਜਾਣੀ, ਇਨਲਾਰਜਮੈਂਟ ਹੋ ਜਾਣੀ, ਇਹਦੇ ਕਈ ਕਾਰਨ ਹੋ ਸਕਦੇ ਹਨ। ਜ਼ਿਆਦਾਤਰ 50 ਸਾਲ ਤੋਂ ਉੱਪਰ ਦੇ ਪੁਰਸ਼ਾਂ ਨੂੰ ਇਹ ਤਕਰੀਬਨ 80% बीमारी सामने आ जाती है और अक्सर वड्डी उम्र दे विच ही हुंदा है जिहड़ी इनलार्जमेंट होती है और लगभग जिहड़ा सूजन हो जानी गनोरियल पोजीशन दे विच आ जाना तो वह किसी भी उम्र दे विच हो सकता है जिस दे नाल इहदियां 4 स्टेज दे विच इस नूं वंडिया गया है। और कई बार ज़्यादा एक्सेसिव सैक्स बारे सोचना ਜਾਂ HIV एड्स वायरस UTI इन्फेक्शन यूरिनरी ट्रैक्ट ਦੇ ਵਿੱਚ ਇਨਫੈਕਸ਼ਨ ਹੋ ਜਾਣੀ ਇਹ ਉਹਨਾਂ ਦੇ ਕਾਰਨ ਹੁੰਦਾ ਹੈ ਔਰ ਇਸ ਨੂੰ 4 ਸਟੇਜਾਂ ਦੇ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲੀ ਸਟੇਜ ਹੈ ਐਕਿਊਟ ਬੈਕਟੀਰੀਅਲ ਪ੍ਰੋਸਟੇਟਿਸ। ਇਹ ਅਕਸਰ ਗੰਦੇ ਬਾਥਰੂਮ ਜੋ ਹੁੰਦੇ ਹਨ ਅਨਸੇਫ ਸੈਕਸ ਕੀਤਾ ਜਾਂਦਾ ਹੈ ਜਿੱਥੋਂ ਇਹ ਈ ਕੋਲਾਈ ਬੈਕਟੀਰੀਆ ਦੇ ਸੰਪਰਕ ਵਿੱਚ ਤਾਂ ਹੋਰ ਵੀ ਕੋਈ ਬੈਕਟੀਰੀਆ ਹੋ ਸਕਦਾ ਹੈ। ਜ਼ਿਆਦਾਤਰ ਜਿਤਨੀ ਰਿਸਰਚ ਦੇ ਵਿਚਕਾਰ ਦੇਖਿਆ ਈ ਕੋਲਾਈ ਬੈਕਟੀਰੀਆ ਇਸ ਨੂੰ ਇਨਫੈਕਟਡ ਕਰਦਾ ਹੈ ਜਿਹੜੀ ਗਨੋਰੀਅਲ ਪੋਜੀਸ਼ਨ ਦੇ ਵਿਚਕਾਰ ਹੁੰਦਾ ਹੈ। ਤਾਂ ਉਹਦੇ ਸੰਪਰਕ ਵਿੱਚ ਆਉਣ ਦੇ ਨਾਲ ਪੇਸ਼ੈਂਟ ਨੂੰ ਬੁਖਾਰ, ਠੰਡ ਲੱਗਣਾ, ਮਾਸਪੇਸ਼ੀਆਂ ਦੇ ਵਿਚਕਾਰ ਦਰਦ ਹੋਣਾ, ਫਲੂ ਵਰਗੇ ਸਿੰਪਟਮ ਆ ਜਾਂਦੇ ਹਨ ਤਾਂ ਇਹ ਪੋਜੀਸ਼ਨ ਹੈ ਐਕਿਊਟ ਬੈਕਟੀਰੀਅਲ ਪ੍ਰੋਸਟੇਟਿਸ। ਅਗਲੀ ਸਟੇਜ ਹੈ ਕ੍ਰੋਨਿਕ ਬੈਕਟੀਰੀਅਲ ਪ੍ਰੋਸਟੇਟਿਸ। ਇਸ ਸਥਿਤੀ ਦੇ ਵਿਚਕਾਰ ਐਕਿਊਟ ਸਟੇਜ ਵਿੱਚ ਠੀਕ ਜਾਂ ਪੂਰਾ ਇਲਾਜ ਨਾ ਮਿਲਣ ਕਰਕੇ ਸਿੰਪਟਮ ਜਿਹੜੇ ਹਨ ਉਹ ਅਕਿਊਟ ਦੇ ਵਿਚਕਾਰ ਅਕਿਊਟ ਤੋਂ ਕ੍ਰੋਨਿਕ ਦੇ ਵਿਚਕਾਰ ਕਨਵਰਟ ਹੋ ਜਾਂਦੇ ਹਨ ਤੇ ਇਸ ਦੇ ਨਾਲ ਇਨਫੈਕਸ਼ਨ ਸਰੀਰ ਦੇ ਅੰਦਰ ਕਈ ਹੋਰ ਆਰਗਨ ਨੂੰ ਵੀ ਇਨਫੈਕਟਡ ਕਰ ਸਕਦੀ ਹੈ ਜਿਵੇਂ ਕਿ ਬਲੈਡਰ, ਪੀਨਸ ਦੇ ਵਿਚਕਾਰ ਫੇਮੋਸਿਸ ਦੀ ਪ੍ਰੋਬਲਮ ਹੋ ਜਾਣਾ। ਫੇਮੋਸਿਸ ਦਾ ਮਤਲਬ ਹੁੰਦਾ ਹੈ ਕਿ ਜੋ ਪੀਨਸ ਦੇ ਉੱਪਰ ਮਾਸ ਹੁੰਦਾ ਹੈ ਉਹ ਪਿੱਛੇ ਨਹੀਂ ਹਟਦਾ, ਉੱਥੇ ਸਵੈਲਿੰਗ ਆ ਜਾਂਦੀ ਹੈ, ਪ੍ਰੋਬਲਮ ਹੋ ਜਾਂਦੀ ਹੈ। ਐਨਲ ਦੇ ਅੰਦਰ ਇਨਫੈਕਸ਼ਨ ਹੋ ਜਾਣੀ, ਯੂਰਿਨ ਦੇ ਵਿਚਕਾਰ ਖੂਨ ਦਾ ਆਉਣਾ, ਸਟੂਲ ਦੇ ਵਿਚਕਾਰ ਖੂਨ ਜਾਂ ਪਸ ਦਾ ਆਉਣਾ, ਪ੍ਰੋਸਟੇਟ ਗਲੈਂਡ ਦੇ ਵਿਚਕਾਰ ਪਸ ਦਾ ਪੈ ਜਾਣਾ ਤੇ ਕੈਂਸਰ ਦੀ ਸਟੇਜ ਵੀ ਆ ਸਕਦੀ ਹੈ। ਅਗਲੀ ਸਟੇਜ ਹੈ ਇਹ ਸਿੰਪਟੋਮੈਟਿਕ ਇਨਫਲੇਮੇਸ਼ਨ ਜਿਹੜੀ ਹੋ ਜਾਂਦੀ ਹੈ ਪ੍ਰੋਸਟੇਟ ਦੇ ਵਿਚਕਾਰ। ਦੋਸਤੋ ਇਸ ਦੇ ਕੋਈ ਬਹੁਤੇ ਸਿੰਪਟਮ ਸਾਹਮਣੇ ਨਹੀਂ ਆਏ। ਇਹ ਬਜ਼ੁਰਗ ਅਵਸਥਾ ਦੇ ਵਿਚਕਾਰ ਵੱਡੀ ਉਮਰ ਦੇ ਬੰਦਿਆਂ ਨੂੰ ਤਕਰੀਬਨ ਹੁੰਦਾ ਹੈ ਔਰ ਇਸ ਦੇ ਵਿਚਕਾਰ ਪ੍ਰੋਸਟੇਟ ਗਲੈਂਡ ਵਿੱਚ ਸਵੈਲਿੰਗ ਜਾਂ ਇਨਲਾਰਜਮੈਂਟ ਹੋ ਸਕਦੀ ਹੈ।
ਅਗਲੀ ਸਟੇਜ ਹੈ ਕ੍ਰੋਨਿਕ ਪ੍ਰੋਸਟੇਟਿਸ। ਇਹ ਇਨਲਾਰਜਮੈਂਟ ਦੀ ਅਗਲੀ ਅਤੇ ਪੁਰਾਣੀ ਸਟੇਜ ਹੈ। ਇਹ ਵੱਡੀ ਉਮਰ ਦੇ ਵਿਅਕਤੀਆਂ ਨੂੰ ਆਮ ਤੌਰ ਤੇ ਹੁੰਦਾ ਹੈ ਤੇ ਪਾਇਆ ਜਾਂਦਾ ਉਹਨਾਂ ਵਿੱਚ। ਹੁਣ ਇਸ ਦੇ ਸਿੰਪਟਮ ਕੀ ਹਨ ਦੋਸਤੋ? ਯੂਰਿਨ ਜਦੋਂ ਅਸੀਂ ਪਾਸ ਕਰਦੇ ਹਾਂ, ਡ੍ਰਿਬਲਿੰਗ ਯਾਨੀ ਕਿ ਬੂੰਦ ਬੂੰਦ ਕਰਕੇ ਆਉਣਾ। ਇੱਕ ਵਾਰ ਪਿਸ਼ਾਬ ਚਲੇ ਜਾਣਾ, ਫਿਰ ਜਦੋਂ ਜਾ ਕੇ ਆਉਣਾ ਥੋੜੇ ਚਿਰ ਬਾਅਦ ਮਹਿਸੂਸ ਹੋਣਾ ਕਿ ਮੈਨੂੰ ਪਿਸ਼ਾਬ ਆਇਆ, ਪਰ ਜਦੋਂ ਜਾਵਾਂਗੇ ਤਾਂ ਥੋੜਾ ਜਿਹਾ ਪਿਸ਼ਾਬ, ਕੁਝ ਡ੍ਰੌਪਸ ਨਿਕਲਦੇ ਹਨ, ਫਿਰ ਇਹ ਦਾ ਇੱਕ ਸਿੰਪਟਮ ਹੈ। ਔਰ ਪਿਸ਼ਾਬ ਨੂੰ ਰੋਕ ਨਾ ਸਕਣਾ, ਪਿਸ਼ਾਬ ਦੇ ਵਿਚਕਾਰ ਖੂਨ ਦਾ ਆਉਣਾ, ਪਿਸ਼ਾਬ ਕਰਨ ਤੋਂ ਬਾਅਦ ਪੀਨਸ ਦੇ ਵਿਚਕਾਰ ਗਾੜਾ ਗਾੜਾ ਸਟਿੱਕੀ ਪਦਾਰਥ ਨਿਕਲਣਾ, ਉਹਦਾ ਰਿਸਾਵ ਹੋਣਾ ਅਤੇ ਖਿੱਚ ਪੈਣਾ, ਦਰਦ ਹੋਣੀ, ਟੈਸਟੀਕਲ ਦੇ ਵਿਚਕਾਰ ਦਰਦ ਹੋ ਜਾਣੀ, ਲੋਅਰ ਬੈਕ ਦੇ ਵਿਚਕਾਰ ਦਰਦ ਹੋਣੀ, ਲੋਅਰ ਐਬਡੋਮਨ ਦੇ ਵਿਚਕਾਰ ਦਰਦ ਹੋਣੀ, ਕਬਜ਼ ਦਾ ਹੋਣਾ, ਪਿਸ਼ਾਬ ਦਾ ਰੁਕਣਾ, ਪਿਸ਼ਾਬ ਦਾ ਗੰਦਲਾ ਕਲਾਉਡੀ ਜਿਹਾ ਬਣ ਜਾਣਾ, ਪੇਨਫੁਲ ਇਜੈਕਸ਼ਨ ਹੋ ਜਾਣੀ। ਜਦੋਂ ਕੋਈ ਸੈਕਸ ਕਰਦੇ ਹਾਂ ਤਾਂ ਜਦੋਂ ਸੀਮਨ ਦਾ ਡਿਸਚਾਰਜ ਹੁੰਦਾ ਹੈ ਤਾਂ ਉਦੋਂ ਪੇਨ ਹੋ ਜਾਣੀ। ਇਸੇ ਤਰ੍ਹਾਂ ਯੂਰਿਨਰੀ ਕੈਥੇਟਰ ਦੀ ਲੰਬੇ ਸਮੇਂ ਜੋ ਵਰਤੋਂ ਕਰਦੇ ਹਨ, ਕਿਸੇ ਵੀ ਬਿਮਾਰੀ ਕਰਕੇ ਹੋ ਸਕਦੀ ਹੈ, ਉਹਨਾਂ ਨੂੰ ਵੀ ਅੰਦਰ ਇਨਫੈਕਸ਼ਨ ਹੋ ਸਕਦੀ ਹੈ। ਸਿਸਟੋਸਕੋਪੀ ਕਰਾਉਣ ਦੇ ਨਾਲ ਵੀ ਇਹ ਪ੍ਰੋਬਲਮ ਆ ਸਕਦੀ ਹੈ। ਪ੍ਰੋਸਟੇਟ ਦੀ ਬਾਇਪਸੀ ਜਦੋਂ ਅਸੀਂ ਕਰਾਉਂਦੇ ਹਾਂ ਤਾਂ ਉਹ ਪੰਕਚਰ ਹੋ ਜਾਂਦੀ ਹੈ, ਤਾਂ ਵੀ ਇਹ ਕਿਸੇ ਸਮੇਂ ਇਹ ਪ੍ਰੋਬਲਮ ਵੱਧ ਸਕਦੀ ਹੈ। ਔਰ ਸਮੇਂ ਤੇ ਇਲਾਜ ਨਾ ਹੋਣ ਦੇ ਨਾਲ ਅਪਰ ਪੈਲਵਿਕ ਬੋਨ ਵੀ ਇਨਫੈਕਟਡ ਹੋ ਸਕਦੀ ਹੈ। ਇਨਫਰਟੀਲਿਟੀ, ਸਪਰਮ ਦੀ ਵੀ ਡੈਮੇਜ ਹੋ ਸਕਦੇ ਹਨ, ਜਿਸ ਦੇ ਨਾਲ ਇਨਫਰਟੀਲਿਟੀ ਹੋ ਸਕਦੀ ਹੈ। ਐਂਜ਼ਾਈਟੀ ਤੇ ਡਿਪਰੈਸ਼ਨ, ਇਰੈਕਟਾਈਲ ਡਿਸਫੰਕਸ਼ਨਸ, ਪੀਨਸ ਦਾ ਪੂਰੀ ਤਰ੍ਹਾਂ ਅਕੜਾ ਨਾ ਆਉਣਾ ਅਤੇ ਅਖੀਰਲੀ ਸਟੇਜ ਜਿਹੜੀ ਹੈ ਉਹ ਪ੍ਰੋਸਟੇਟ ਦੇ ਵਿਚਕਾਰ ਕੈਂਸਰ ਵੀ ਹੋ ਸਕਦਾ ਹੈ। ਦੋਸਤੋ, ਅਸੀਂ ਇਸ ਨੂੰ ਪਹਿਚਾਣ ਕਿਵੇਂ ਸਕਦੇ ਹਾਂ? ਇਹਦੇ ਲਈ ਬਲੱਡ ਟੈਸਟ ਹੈ ਜਿਹਨੂੰ ਅਸੀਂ PSA ਕਹਿੰਦੇ ਹਾਂ, ਪ੍ਰੋਸਟੇਟ ਸਪੈਸੀਫਿਕ ਐਂਟੀਜਨ, ਜਿਹਦੇ ਰਾਹੀਂ ਅਸੀਂ ਇਹ ਦੇਖਦੇ ਹਾਂ ਕਿ ਤਕਰੀਬਨ ਇਹਦੀ ਵੈਲਿਊ ਜਿਹੜੀ ਹੈ ਉਹ 4 Ng/ml ਯਾਨੀ ਕਿ 4 ਨੈਨੋਗ੍ਰਾਮ ਪਰ ਮਿਲੀਲੀਟਰ ਹੁੰਦੀ ਹੈ। ਉਸ ਤੋਂ ਅਸੀਂ ਇਸ ਨੂੰ ਦੇਖ ਸਕਦੇ ਹਾਂ ਵੀ ਅੰਦਰ ਐਂਟੀਜਨਸ PSA ਕਿਤਨੇ ਹਨ। ਤੋਂ ਇਸ ਤਰ੍ਹਾਂ ਅਗਲੀ ਦੀ ਪਹਿਚਾਣ ਕਰਨ ਦਾ ਤਰੀਕਾ ਹੈ ਉਹ ਡਾਕਟਰ ਡਿਜੀਟਲ ਰੈਕਟਲ ਐਗਜ਼ਾਮ ਕਰਦਾ ਹੈ। ਦੋਸਤੋ, ਉਸ ਦੇ ਨਾਲ ਹੱਥ ਦੇ ਉੱਪਰ ਗਲਵਜ਼ ਲਾ ਕੇ ਅਸੀਂ ਰੈਕਟਮ ਦੇ ਰਾਹੀਂ ਅੰਦਰ ਉਂਗਲ ਪਾ ਕੇ ਇਹ ਦੇਖ ਸਕਦੇ ਹਾਂ ਕਿ ਅੰਦਰ ਪ੍ਰੋਸਟੇਟ ਦੇ ਵਿਚਕਾਰ ਕਿਤਨੀ ਕੁ ਸਵੈਲਿੰਗ ਹੋ ਰਹੀ ਹੈ ਤੇ ਉਹ ਕਿਤਨੀ ਕੁ ਹਾਰਡਨੈਸ ਹੈ ਉਹਦੇ ਵਿਚਕਾਰ। ਦੋਸਤੋ, ਯੂਰਿਨ ਦਾ ਟੈਸਟ ਕਰਾ ਲਓ, ਉਹਦੇ ਵਿੱਚ ਵੀ ਕੁਛ ਨਾ ਕੁਛ ਸਾਨੂੰ ਸਿੰਪਟਮ ਮਿਲ ਜਾਂਦੇ ਹਨ। ਯੂਰਿਨਰੀ ਫਲੋਮੈਟਰੀ ਟੈਸਟ ਹੁੰਦਾ ਹੈ, ਉਹਦੇ ਰਾਹੀਂ ਵੀ ਸਾਨੂੰ ਦੇ ਫਲੋ ਦੇ ਰਿਗਾਰਡਿੰਗ ਪਤਾ ਲੱਗ ਜਾਂਦਾ ਹੈ। ਤੋ ਆਪਾਂ ਹੁਣ ਵਿਚਾਰ ਕਰਾਂਗੇ ਕਿ ਇਹਦੇ ਲਈ ਹੋਮਿਓਪੈਥਿਕ ਟ੍ਰੀਟਮੈਂਟ ਕੀ ਹੈ। ਸਭ ਤੋਂ ਪਹਿਲਾਂ ਬਜ਼ੁਰਗ ਅਵਸਥਾ ਦੇ ਵਿਚਕਾਰ, ਚਾਹੇ ਯੰਗ ਅਵਸਥਾ ਦੇ ਵਿਚਕਾਰ, ਕੋਈ ਐਸੀ ਸਟੇਜ ਆ ਜਾਏ ਜਦੋਂ ਪਿਸ਼ਾਬ ਕਰਨ ਸਮੇਂ ਜਲਨ ਹੋਵੇ, ਬੂੰਦ ਬੂੰਦ ਕਰਕੇ ਪਿਸ਼ਾਬ ਆਵੇ, ਪਿਸ਼ਾਬ ਇੱਕ ਵਾਰ 'ਚ ਪੂਰਾ ਨਾ ਹੋ ਸਕੇ, ਜਾਂ ਪਿਸ਼ਾਬ ਨਿਕਲ ਜਾਏ, ਜਾਂ ਪਿਸ਼ਾਬ ਆਉਣ ਸਮੇਂ ਕੋਈ ਕਠਿਨਾਈ ਹੋਵੇ, ਤਾਂ ਸਭ ਤੋਂ ਵਧੀਆ ਮੈਡੀਸਨ ਹੋਮਿਓਪੈਥੀ ਦੀ ਮੰਨੀ ਜਾਂਦੀ ਹੈ ਸਵਾਲ ਸੈਰੇਰੂਟਾ ਮਦਰ ਟਿੰਕਚਰ। ਦੋਸਤੋ, 10-10 ਡ੍ਰੌਪਸ 3 ਟਾਈਮ, ਕੱਪ ਦਾ ਚੌਥਾ ਹਿੱਸਾ ਪਾਣੀ, ਕੋਸਾ ਪਾਣੀ ਲੈ ਕੇ ਇਸ ਨੂੰ ਉਹਦੇ ਵਿੱਚ 10-10 ਡ੍ਰੌਪਸ ਦਿਨ 'ਚ 3 ਵਾਰ ਲੈ ਸਕਦੇ ਹਾਂ। ਔਰ ਦੂਸਰੀ ਮੈਡੀਸਨ ਇਹਦੇ ਨਾਲ ਐਸੋਸੀਏਟ ਮੈਡੀਸਨ ਹੈ ਹਾਈਡਰੇਂਜੀਆ। ਹੋਮਿਓਪੈਥੀ ਦੇ ਇੱਕ ਬਹੁਤ ਪ੍ਰਸਿੱਧ ਡਾਕਟਰ ਹੈਨਰੀ ਥਾਮਸ ਹੋਏ ਹਨ। ਉਹਨਾਂ ਨੇ ਆਪਣੀ ਬੁੱਕਸ ਦੇ ਵਿੱਚ ਦਾ ਬਹੁਤ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਕੋਲ ਜਦੋਂ ਵੀ ਕੋਈ ਓਲਡ ਏਜ ਪੇਸ਼ੈਂਟ ਆਉਂਦੇ ਸਨ ਤਾਂ ਇਸ ਦਵਾਈ ਨੂੰ ਤਕਰੀਬਨ ਉਹ ਅਜਮਾਇਆ ਕਰਦੇ ਸਨ। ਹਾਈਡਰੇਂਜੀਆ ਮਦਰ ਟਿੰਕਚਰ, ਇਹ ਵੀ ਦੋਸਤੋ 10-10 ਡ੍ਰੌਪਸ ਦਿਨ 'ਚ 2 ਵਾਰ ਲੈ ਸਕਦੇ ਹਾਂ। ਕੱਪ ਦਾ ਚੌਥਾ ਹਿੱਸਾ ਪਾਣੀ, ਦਿਨ 'ਚ 2 ਵਾਰ। ਪਿਸ਼ਾਬ ਕਰਦੇ ਸਮੇਂ ਜਲਨ ਨਹੀਂ ਹੁੰਦੀ, ਇਹਦਾ ਇੱਕ ਸਿੰਪਟਮ ਹੈ। ਜਿਵੇਂ ਸਵਾਲ ਸੈਰੇਰੂਟਾ ਦਾ ਸਿੰਪਟਮ ਹੈ ਕਿ ਪਿਸ਼ਾਬ ਕਰਦੇ ਸਮੇਂ ਜਲਨ ਹੁੰਦੀ ਹੈ, ਇਸ ਦਾ ਪਿਸ਼ਾਬ ਕਰਦੇ ਸਮੇਂ ਜਲਨ ਨਹੀਂ ਹੁੰਦੀ, ਸਗੋਂ ਪਿਸ਼ਾਬ ਨਾ ਕਰਨ ਸਮੇਂ ਜਲਨ ਹੁੰਦੀ ਹੈ। ਇਸ ਦਾ ਮੇਨ ਸਿੰਪਟਮ। ਦੋਸਤੋ, ਅਗਲੀ ਮੈਡੀਸਨ ਹੈ ਕੋਨੀਅਮ ਮੈਕ 200। ਇਹ ਵੀ ਬਜ਼ੁਰਗ ਅਵਸਥਾ ਦੇ ਵਿਕਾਸ ਜਿਵੇਂ ਆਪਾਂ ਦੱਸ ਰਹੇ ਹਾਂ ਤਾਂ ਉਸ ਦੇ ਨਾਲ ਮਿਲਦੇ ਜੁਲਦੇ ਸਿੰਪਟਮ ਹਨ। ਇਸ ਦਵਾਈ ਦਾ ਗਲੈਂਡ ਦੇ ਉੱਪਰ ਬਹੁਤ ਵਿਸ਼ੇਸ਼ ਪ੍ਰਭਾਵ ਪਾਇਆ ਜਾਂਦਾ ਹੈ ਔਰ ਜਦੋਂ ਗਲੈਂਡ ਸਖਤ ਹੋ ਜਾਣ, ਇਸ ਦਵਾਈ ਦੀ ਵਰਤੋਂ ਤਾਂ ਕੀਤੀ ਜਾਂਦੀ ਹੈ
ਮਰੀਜ਼ ਪਿਸ਼ਾਬ ਖੜ ਕੇ ਬੜੇ ਆਸਾਨੀ ਨਾਲ ਕਰ ਲੈਂਦਾ, ਪਰ ਜਦੋਂ ਬੈਠ ਕੇ ਕਰਦਾ ਤਾਂ ਉਹਨੂੰ ਤਕਲੀਫ ਮਹਿਸੂਸ ਹੁੰਦੀ ਹੈ। ਤਾਂ ਉਸ ਸਮੇਂ ਕੋਨੀਅਮ ਮੈਕ 200 ਦਿਨ ਦੇ ਵਿਚਕਾਰ ਸਵੇਰੇ ਸ਼ਾਮ 2 ਵਾਰ ਦਿੱਤੀ ਜਾ ਸਕਦੀ ਹੈ। ਦੋਸਤੋ ਅਗਲੀ ਮੈਡੀਸਨ ਹੈ ਥੂਜਾ 6। 2-2 ਘੰਟੇ ਬਾਅਦ ਅਸੀਂ ਪੇਸ਼ੈਂਟ ਨੂੰ ਰੈਗੂਲਰਲੀ ਦੇ ਸਕਦੇ ਹਾਂ। ਜਦੋਂ ਕਿਸੇ ਬੈਕਟੀਰੀਆ ਦੇ ਕਰਕੇ ਇਨਫੈਕਸ਼ਨ ਹੋਈ ਹੋਵੇ, ਸਵੈਲਿੰਗ ਹੋ ਜਾਵੇ, ਗਨੋਰੀਅਲ ਤੱਕ ਪੋਜੀਸ਼ਨ ਆ ਜਾਵੇ, ਇਨਫਲੇਮੇਸ਼ਨ ਹੋਵੇ, ਪੇਨ ਹੋਵੇ, ਬਰਨਿੰਗ ਹੋਵੇ, ਪਸ ਹੋਵੇ ਤੇ ਪਿਸ਼ਾਬ ਦੇ ਵਿਚਕਾਰ ਕੋਈ ਰੁਕਾਵਟ ਆ ਜਾਵੇ, ਤਾਂ ਉਸ ਸਮੇਂ ਥੂਜਾ 6 2-2 ਘੰਟੇ ਬਾਅਦ ਪੇਸ਼ੈਂਟ ਨੂੰ ਦੇ ਦੇਣੀ ਚਾਹੀਦੀ ਹੈ। ਅਗਲੀ ਮੈਡੀਸਨ ਹੈ ਨਾਈਟ੍ਰਿਕ ਐਸਿਡ 30। ਦੋਸਤੋ ਇਹ ਮੈਂ ਥੂਜਾ ਤੇ ਨਾਈਟ੍ਰਿਕ ਐਸਿਡ ਤਾਂ ਦੱਸੇ ਨੇ ਗਨੋਰੀਅਲ, ਜਦੋਂ ਪੇਸ਼ੈਂਟ ਇਸ ਤਕਲੀਫ 'ਚ ਆ ਜਾਂਦਾ ਹੈ ਕਿ ਉਹਦੇ ਪੀਨਸ ਦੇ ਉੱਪਰ ਸੋਜਿਸ਼ ਆ ਜਾਂਦੀ ਹੈ, ਉਹਦਾ ਮਾਸ ਪਿੱਛੇ ਨਹੀਂ ਹਟ ਸਕਦਾ, ਤਾਂ ਉਹ ਫਿਬਰੋਸਿਸ ਦੀ ਕੰਡੀਸ਼ਨ ਹੁੰਦੀ ਹੈ। ਉਸ ਸਮੇਂ ਸਾਨੂੰ ਇਹ ਮੈਡੀਸਨ ਚੇਤੇ ਰੱਖਣੀਆਂ ਚਾਹੀਦੀਆਂ ਹਨ। ਜੇਕਰ ਐਲੋਪੈਥਿਕ ਦਵਾਈਆਂ ਦੇ ਨਾਲ ਗਨੋਰੀਆ ਵਰਗੀ ਤਕਲੀਫ, ਐਸੀ ਤਕਲੀਫ ਨੂੰ ਦਬਾ ਦਿੱਤਾ ਗਿਆ ਹੋਵੇ, ਤਾਂ ਉਸ ਸਮੇਂ ਮੈਡੀਸਨ ਕੰਮ ਹੁੰਦੀ ਹੈ ਨਾਈਟ੍ਰਿਕ ਐਸਿਡ 30। ਦਿਨ 'ਚ 3 ਵਾਰ 6-6 ਗੋਲੀਆਂ ਇਹ ਦੇਣੀ ਚਾਹੀਦੀ ਹੈ। ਔਰ ਇਸ ਦੇ ਨਾਲ ਇੱਕ ਇੰਟਰਕਰੈਂਟ ਰੈਮੇਡੀ ਸਲਫਰ 200 ਵੀਕਲੀ, ਹਫਤੇ ਬਾਅਦ 4 ਗੋਲੀਆਂ ਸਾਨੂੰ ਲੈ ਲੈਣੀਆਂ ਚਾਹੀਦੀਆਂ ਸਵੇਰੇ ਖਾਲੀ ਪੇਟ। ਸਲਫਰ 200 ਮੈਡੀਸਨ ਕਦੀ ਵੀ ਰਾਤ ਸੌਣ ਲੱਗਿਆ ਨਹੀਂ ਲੈਣੀ, ਕਿਸੇ ਵੀ ਬਿਮਾਰੀ ਦੇ ਵਿੱਚ ਨਹੀਂ ਲੈਣੀ, ਸਾਨੂੰ ਰਾਤ ਸੌਣ ਸਮੇਂ ਤਕਲੀਫ ਹੋ ਸਕਦੀ ਹੈ। ਤੋ ਹੋਰ ਵੀ ਮੈਡੀਸਨ ਬਹੁਤ ਸਾਰੀਆਂ ਹਨ, ਜਿਵੇਂ ਕਾਲੀ ਬਾਈਕਰੋਮ, ਸਲੇਸ਼ੀਆ, ਇਹ ਮੈਡੀਸਨ ਵੀ ਇਹਨਾਂ ਬਿਮਾਰੀਆਂ ਦੇ ਵਿਚਕਾਰ ਲਾਭਦਾਇਕ ਹਨ। ਇੱਕ ਮੈਡੀਸਨ ਦੋਸਤੋ ਤੁਹਾਡੇ ਸਿਰਫ ਜਾਣਕਾਰੀ ਲਈ ਦੱਸਾਂਗੇ, ਕਰੋਟਲਸ 6। ਜਦੋਂ ਪ੍ਰੋਸਟੇਟ ਦਾ ਕੈਂਸਰ ਹੋ ਜਾਵੇ, ਉਹਦੇ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਜਾਵੇ, ਕਾਲਾ ਖੂਨ ਨਿਕਲੇ ਪਰ ਉਹ ਖੂਨ ਜੰਮੇ ਨਾ, ਇਹ ਦੋਸਤੋ ਇਹ ਦਵਾਈ ਸੱਪ ਦੇ ਜ਼ਹਿਰ ਤੋਂ ਬਣਦੀ ਹੈ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਸੱਪ ਦਾ ਜ਼ਹਿਰ, ਜਦੋਂ ਸੱਪ ਕਿਸੇ ਨੂੰ ਕੱਟ ਲੈਂਦਾ ਹੈ ਤਾਂ ਉਹ ਮਰੀਜ਼ ਨੂੰ ਸੱਪ ਦਾ ਜ਼ਹਿਰ ਜਿਹੜਾ, ਸੱਪ ਦਾ ਜ਼ਹਿਰ ਜਦੋਂ ਕੱਟਦਾ ਤਾਂ ਉਹਦਾ ਖੂਨ ਜੰਮਦਾ ਨਹੀਂ, ਤਾਂ ਉਸ ਸਮੇਂ ਇਹ ਮੈਡੀਸਨ ਉਸ ਦੇ ਕੰਮ ਆਏਗੀ, ਕਿਉਂਕਿ ਸੱਪ ਦੇ ਜ਼ਹਿਰ ਤੋਂ ਤਿਆਰ ਕੀਤੀ ਮੈਡੀਸਨ, ਸੱਪ ਦੇ ਕੱਟੇ ਤੋਂ ਜਿਹੜਾ ਖੂਨ ਜੰਮਦਾ ਨਹੀਂ, ਇਹਦਾ ਵੀ ਉਹੀ ਸਿੰਪਟਮ ਹੈ, ਕਾਲੇ ਰੰਗ ਦਾ ਖੂਨ ਆਏਗਾ, ਪੇਸ਼ੈਂਟ ਦਾ ਆਏਗਾ ਤਾਂ ਖੂਨ ਜੰਮੇਗਾ ਜੀ। ਤਾਂ ਉਸ ਸਮੇਂ ਕਰੋਟਲਸ 6 ਦੋਸਤੋ ਇਹ ਦਵਾਈਆਂ ਤੁਹਾਡੀ ਜਾਣਕਾਰੀ ਲਈ ਹਨ। ਪਰ ਜਦੋਂ ਅਸੀਂ ਦਵਾਈ ਲੈਣੀ ਹੈ ਤਾਂ ਕਿਸੇ ਹੋਮਿਓਪੈਥੀ ਦੇ ਕੁਆਲੀਫਾਈਡ ਡਾਕਟਰ ਦੇ ਨਾਲ ਸੰਪਰਕ ਕਰਕੇ, ਉਸ ਨੂੰ ਸਲਾਹ ਦੇ ਕੇ, ਉਸ ਤੋਂ ਸਿੰਪਟਮ ਦੱਸ ਕੇ ਤਾਂ ਹੀ ਲੈ ਸਕਦੇ ਹਾਂ। ਆਪਣੇ ਆਪ ਡਾਕਟਰ ਬਣਨ ਦੀ ਕੋਸ਼ਿਸ਼ ਨਾ ਕਰਿਓ ਦੋਸਤੋ, ਕਿਉਂਕਿ ਇੱਕ ਚੰਗਾ ਡਾਕਟਰ, ਕੁਆਲੀਫਾਈਡ ਡਾਕਟਰ ਇਸ ਬਾਰੇ ਚੰਗੀ ਜਾਣਕਾਰੀ ਰੱਖਦਾ ਹੈ, ਤੁਹਾਡੇ ਸਿੰਪਟਮ ਮਿਲਾ ਸਕਦਾ ਹੈ, ਪਰ ਇੱਕ ਐਮਰਜੈਂਸੀ ਦੀ ਸਟੇਜ ਵੀ ਤੁਹਾਡੇ ਕੋਲ ਇਹ ਦਵਾਈਆਂ ਘਰ ਹੋਣੀਆਂ ਅਤੀ ਜ਼ਰੂਰੀ ਹਨ। ਦੋਸਤੋ ਇਸ ਤੋਂ ਬਾਅਦ ਫਿਰ ਮਿਲਾਂਗੇ ਕਿਸੇ ਹੋਰ ਬਿਮਾਰੀ ਨੂੰ ਲੈ ਕੇ, ਕਿਸੇ ਹੋਰ ਸਿੰਪਟਮ ਲੈ ਕੇ, ਉਹਨਾਂ ਦੀਆਂ ਦਵਾਈਆਂ ਨੂੰ ਲੈ ਕੇ। ਇਸੇ ਤਰ੍ਹਾਂ ਸਮੇਂ-ਸਮੇਂ 'ਤੇ ਤੁਹਾਡੇ ਨਾਲ ਮੇਲ ਕਰਦੇ ਰਵਾਂਗੇ। ਮੇਰੇ ਕੋਈ ਵੀ ਕੁਐਸਚਨ ਤੁਸੀਂ ਪੁੱਛਣਾ ਹੋਵੇ, ਮੇਰੇ ਸਕਰੀਨ 'ਤੇ ਤੁਹਾਨੂੰ ਮੋਬਾਈਲ ਨੰਬਰ ਮਿਲ ਜਾਂਦੇ ਹਨ, ਤੁਸੀਂ WhatsApp ਕਰ ਸਕਦੇ ਹੋ, ਕੋਈ ਸਿੰਪਟਮ ਆਪਣਾ ਦੱਸ ਕੇ ਕੋਈ ਕੁਐਸਚਨ ਪੁੱਛ ਸਕਦੇ ਹੋ, ਕਿਸੇ ਵੀ ਬਿਮਾਰੀ ਸੰਬੰਧੀ ਪੁੱਛ ਸਕਦੇ ਹੋ। ਪੁੱਛਣ ਦੀ ਕੋਈ ਪੈਸੇ ਨਹੀਂ ਲਏ ਜਾਂਦੇ। ਹਾਂ, ਜਦੋਂ ਤੁਸੀਂ ਦਵਾਈ ਮੰਗਾਉਂਦੇ ਹੋ ਤਾਂ ਉਸ ਦੇ ਪੈਸੇ ਲੈਂਦੇ ਆ। ਤਾਂ ਦੋਸਤੋ ਅੱਜ ਦੀ ਇਤਨੀ ਜਾਣਕਾਰੀ ਦੇ ਨਾਲ ਫਿਰ ਮਿਲਾਂਗੇ। ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ।